ਅਮਰੀਕਨ ਡਿਫੈਂਸ ਐਨਾਲਿਸਟ ਦੀ ਰਿਪੋਰਟ ਜਿਹੜੀ 4 ਦਿਨ ਪਹਿਲਾਂ ਹੀ ਆਈ ਹੈ, ਉਹਨਾਂ ਨੇ ਕਿਹਾ ਵੀ ਭਾਰਤ ਦਾ ਅਸਲ ਦੁਸ਼ਮਣ ਚਾਈਨਾ ਹੈ। ਪਾਕਿਸਤਾਨ ਨੂੰ ਤਾਂ ਉਹ ਐਜ਼ ਏ ਐਨੈਕਸੀ ਸਮਝਦੇ ਨੇ। ਤੋ ਚਾਈਨਾ ਨੂੰ ਵੀ ਸੂਟ ਕਰਦਾ ਵੀ ਉਹਨਾਂ ਨੂੰ ਭਾਰਤ ਨਾਲ ਸਿੱਧਾ ਨਹੀਂ ਲੜਨਾ ਪਿਆ, ਉਹਨਾਂ ਦੇ ਹਥਿਆਰ ਵੀ ਟੈਸਟ ਹੋ ਗਏ, ਉਹਨਾਂ ਨੇ ਭਾਰਤ ਨੂੰ ਵੀ ਆਰੇ ਲਾਤਾ। ਦੁਨੀਆ ਭਰ 'ਚ 59 ਦੇ ਕਰੀਬ ਇਹਨਾਂ ਦੇ ਜਿਹੜੇ MP ਤੇ ਦੂਜੇ ਜਾ ਕੇ ਆਪਣਾ ਕੇਸ ਪਲੀਡ ਕਰ ਰਹੇ ਨੇ ਝੂਠ ਦਾ, ਕਿਉਂਕਿ ਇਹ ਸਾਰਾ ਪਾਰਟ ਹੋਇਆ। ਸੋ ਨਾਲ ਦੀ ਨਾਲ ਚਾਈਨਾ ਨੇ ਭਾਰਤ ਰਾਹੀਂ ਅਮਰੀਕਾ ਨੂੰ ਵੀ ਮੈਸੇਜ ਦੇ ਦਿੱਤਾ ਕਿ ਭਾਈ ਇਹਨਾਂ ਤੇ ਤੁਸੀਂ ਕਿੰਨਾ ਕੁ ਤੁਸੀਂ ਇਹ ਕਰ ਸਕਦੇ ਹੋ। ਜੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਤਾਂ ਭਾਰਤ ਨੂੰ ਆਪਣਾ ਕੰਪੀਟੀਟਰ ਹੀ ਨਹੀਂ ਸਮਝਦਾ। ਜੇ ਤੁਸੀਂ ਪਿਛਲੇ ਇਹਨਾਂ ਦੇ ਫੌਜੀ ਚੀਫ ਰਹੇ ਉਹ ਜੇ ਸਿੰਘ ਹੋਏ, ਦੂਜਾ ਹੋਏ, ਬੜੇ ਫਖਰ ਨਾਲ ਕਹਿੰਦੇ ਸੀ ਵੀ ਆਰ ਰੈਡੀ ਫॉर ਦਾ 2 ਥੀਏਟਰ ਵਾਰ, ਕਿ ਜੇ ਚਾਈਨਾ ਪਾਕਿਸਤਾਨ ਇਕੱਠੇ ਹੋ ਕੇ ਵੀ ਸਾਡੇ ਕੋਲ ਵੀ ਹੈਵ ਦਾ ਕੈਪੇਬਿਲਿਟੀ। ਖੁਦ ਹੀ ਇਹਨਾਂ ਨੇ ਉਹਨੂੰ ਵਾਰ ਡਾਕਟਰੀਨ ਕਹਿਣ ਲੱਗ ਗਏ, ਜਿਵੇਂ ਹੁਣੇ ਕਹਿੰਦੇ ਨੇ ਨਿਊ ਨਾਰਮਲ। ਇਹ ਲਫ਼ਜ਼ਾਂ ਦੇ ਨਾਲ ਖੇਡਦੇ ਨੇ, ਇਹਨਾਂ ਨੂੰ ਉਸ ਦੇ ਬਿਯੋਂਡ ਕੀ ਹੁੰਦਾ ਹੈ ਜਾਂ ਉਸ ਤੇ ਪਹਿਰਾ ਕਿਵੇਂ ਦੇਣਾ ਇਹਦਾ ਪਤਾ ਨਹੀਂ ਹੈ। ਉਦੋਂ ਵੀ ਕਹਿਣ ਲੱਗ ਗਏ ਜੀ ਨਿਊ ਵਾਰ ਡਾਕਟਰੀਨ। ਜੇ ਸਿੰਘ ਨੇ ਇਹ ਕਹਿਤਾ, ਉਹ ਮਲਕ ਆਇਆ, ਉਹਨੇ ਇੱਕ ਕਦਮ ਹੋਰ ਅੱਗੇ ਜਾ ਕੇ ਵੀ ਆਰ ਕੇਪੇਬਲ। ਹੁਣ ਜਦੋਂ ਰਾਫੇਲ ਇਹਨਾਂ ਨੇ ਲਏ, ਰਾਫੇਲ ਪਾਕਿਸਤਾਨ ਲਈ ਤਾਂ ਨਹੀਂ ਸੀ ਲਏ, ਰਾਫੇਲ ਉਹਨਾਂ ਨੂੰ ਲੱਗਦਾ ਸੀ ਕਿ ਵੀ ਚਾਈਨਾ ਕੋਲ ਉਹਦਾ ਤੋੜ ਨਹੀਂ। ਹੁਣ ਜਿਹੜੇ J-30 ਨੇ ਚਾਈਨਾ ਦੇ ਨੇ, ਉਹਨਾਂ ਨੇ ਇਹਨਾਂ ਦੀ ਭੂਤਨੀ ਭੁਲਾ ਦਿੱਤੀ। ਲੂਜ਼ਰ ਤਾਂ ਇੰਡੀਆ ਹੀ ਹੈ, ਕਿਸੇ ਪਾਸਿਓਂ ਵੀ ਤੁਸੀਂ ਦੇਖ ਲਓ। ਤੇ ਜੇ ਸਭ ਤੋਂ ਵੱਡਾ ਕੋਈ ਗੇਨਰ ਹੈ ਜਾਂ ਜਿਹਨੇ ਆਪਣਾ ਜਿਹੜਾ ਉਹ ਰੁਤਬਾ ਅਪ ਕੀਤਾ ਤਾਂ ਉਹ ਚਾਈਨਾ ਹੈ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਇੰਡੀਅਨ 에ਅਰ ਫੋਰਸ ਚੀਫ ਦੇ ਬਿਆਨ ਦਾ, ਤਾਂ ਮਤਲਬ ਉਹਦਾ ਬਿਆਨ ਮੈਂ ਸਮਝਦਾ ਵੀ ਅਹਿਮੀਅਤ ਰੱਖਦਾ ਆ ਅਤੇ ਉਹਦੇ 'ਤੇ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਦੇਖਣ ਦੀ ਜਾਂ ਸਮਝਣ ਦੀ ਲੋੜ ਹੈਗੀ ਹੈ। ਵੀ ਠੀਕ ਹੈ, ਉਹਨਾਂ ਨੇ ਆਪਣੀ ਇੱਕ ਡੋਮੈਸਟਿਕ ਕਰਾਊਡ ਨੂੰ ਉਹ ਕਰਨ ਦੇ ਲਈ ਵੀ, ਜਾਂ ਆਪਣੇ ਜਿਹੜੇ ਉਹਨਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਇੰਡੀਅਨ 에ਅਰ ਫੋਰਸ ਦੇ ਹੋਣ, ਜਾਂ ਓਵਰਆਲ ਜਦੋਂ ਅਸੀਂ ਫੌਜੀ ਡਿਫੈਂਸ ਪ੍ਰੋਜੈਕਟਸ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨੂੰ ਕਿਵੇਂ ਉਹ ਐਕਸਪੀਡਾਈਟ ਕਰ ਸਕਦੇ ਨੇ ਜਾਂ ਦਰੁਸਤ ਕਰ ਸਕਦੇ ਨੇ, ਇੱਕ ਤਾਂ ਉਹ ਪਾਰਟ ਹੈਗਾ। ਇੱਕ ਦੂਜਾ ਪਾਰਟ ਹੈ ਵੀ ਜਿਵੇਂ ਹੁਣ ਸਾਰੀ ਇਹਨਾਂ ਨੇ ਇੱਕ ਕਹਿ ਲਓ ਸਾਂਝ ਪਿਛਲੇ ਸਮੇਂ ਦੇ ਵਿੱਚ, ਜਿਵੇਂ ਤੁਸੀਂ ਸੋਵੀਅਤ ਯੂਨੀਅਨ ਦੇ ਫਾਲ ਦਾ ਜ਼ਿਕਰ ਕੀਤਾ, ਜਾਂ ਜਦੋਂ ਅਸੀਂ ਲੰਬਾ ਇੱਕ ਪੈਂਡਾ ਦੇਖਦੇ ਹਾਂ ਪਾਕਿਸਤਾਨ ਦੀ ਰਿਲੇਸ਼ਨਸ਼ਿਪ, ਜਿੱਥੇ ਪਹਿਲਾਂ ਅਮਰੀਕਾ ਨਾਲ ਸੀ, ਹੁਣ ਉਸ ਕਿਸਮ ਦੀ ਜਿਹੜੀ ਹੈ ਉਹਨਾਂ ਦੀ ਚਾਈਨਾ ਦੇ ਨਾਲ ਹੈਗੀ ਹੈ। ਖਾਸ ਤੌਰ 'ਤੇ ਜਦੋਂ ਅਸੀਂ ਡਿਫੈਂਸ ਦੀ, ਅਤੇ ਉਹਦੇ ਡਿਫੈਂਸ ਦੇ ਵਿੱਚੋਂ ਵੀ ਖਾਸ ਤੌਰ 'ਤੇ ਜਿਹੜੀ 에ਅਰ ਫੋਰਸ ਦੇ ਸਾਰੇ ਉਹਨਾਂ ਦੇ ਮਿਲੀਟਰਾਈਜ਼ਡ ਵੈਪਨਸ ਦੀ ਗੱਲ ਹੋਵੇ, ਜਹਾਜ਼ਾਂ ਦੀ ਗੱਲ ਹੋਵੇ, ਉਹ ਕਾਫੀ ਵੱਡੀ ਡਿਪੈਂਡੈਂਸ ਉਹਨਾਂ ਦੀ ਇਸ ਵਕਤ ਚਾਈਨਾ ਦੇ ਉੱਤੇ ਹੈ। ਸੋ ਹੁਣ ਇੰਡੀਆ ਨੂੰ ਉਹ ਚੀਜ਼ ਖਾ ਰਹੀ ਹੈ ਕਿ ਭਾਈ ਅਸੀਂ ਜਿੱਥੇ ਚਾਈਨਾ ਦੇ ਨਾਲ ਪਹਿਲਾਂ ਚੰਗਾ ਖਾਸਾ ਪੰਗਾ ਲਿਆ, ਡੋਕਲਾਮ ਤੋਂ ਲੈ ਕੇ 1000 ਸਕੁਅਰ ਕਿਲੋਮੀਟਰ ਟੈਰੀਟਰੀ ਗਵਾਉਣ ਦੀ ਗੱਲ ਹੈਗੀ ਹੈ, ਉਹ ਚੱਲ ਰਹੀ ਹੈ। ਕਾਂਗਰਸ ਵੱਲੋਂ ਜਿਹੜੇ ਆ ਮੋਦੀ ਸਰਕਾਰ ਨੂੰ ਕੁਐਸਚਨਸ ਕੀਤੇ ਜਾਂਦੇ ਆ, ਉਹ ਸਾਰਾ ਪਾਰਟ ਚੱਲ ਰਿਹਾ। ਸੋ ਉਹਨਾਂ ਨੂੰ ਇਕੱਲਾ ਪਾਕਿਸਤਾਨ ਨਹੀਂ ਖੜਕ ਰਿਹਾ, ਪਾਕਿਸਤਾਨ ਦੀ ਬੈਕ ਦੇ ਉੱਤੇ ਖੜਾ ਚੀਨ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਗੱਲ ਕਿਸੇ ਹੋਰ ਪਾਸੇ ਜਾ ਰਹੀ ਹੈ। ਜੇ ਈਵਨ ਇੱਕ ਇੰਪੋਰਟੈਂਟ ਗੱਲ ਜਿਹੜੀ ਆਪਣੀ ਇਹਦੇ ਵਿੱਚ ਉਹਨਾਂ ਨੇ ਕੀਤੀ ਹੈ, ਉਹਨਾਂ ਨੇ IAF ਇੰਡੀਅਨ 에ਅਰ ਫੋਰਸ ਚੀਫ ਨੇ ਮਤਲਬ ਈਵਨ ਫਿਊਚਰ ਕਨਫਲਿਕਟਸ ਦੀ ਗੱਲ ਕਰਦਿਆਂ ਕਿਹਾ ਵੀ ਭਾਈ ਪਾਕਿਸਤਾਨ ਦੇ ਨਾਲ ਸਾਨੂੰ ਚੀਨ ਦੇ ਹਵਾਲੇ ਨਾਲ ਵੀ ਜਿਹੜੀ ਹੈ ਉਹ ਤਿਆਰੀ ਰੱਖਣ ਦੀ ਲੋੜ ਹੈਗੀ ਆ। ਹੁਣ ਉਹ ਕਿੰਨੀ ਕੁ ਤਿਆਰੀ ਕਰ ਪਾਉਂਦੇ ਨੇ ਜਾਂ ਕਿੰਨੀ ਕੁ ਹੋ ਸਕਦੀ ਹੈ, ਕਿੰਨੀ ਕੁ ਕੇਪੇਬਿਲਿਟੀ ਹੈ, ਇਹ ਬਾਅਦ ਦੀ ਗੱਲ ਹੈਗੀ ਆ। ਪਰ ਇਸ ਵਕਤ ਜਿਹੜੀ ਸਿਚੁਏਸ਼ਨ ਹੈ ਉਹ ਚਾਈਨਾ ਨੂੰ ਮੇਨ ਉਹ ਦੇਖ ਕੇ ਜਾਂ ਰੱਖ ਕੇ ਮੈਂ ਸਮਝਦਾ ਵੀ ਇਹਨਾਂ ਦੇ ਬਿਆਨ ਨੂੰ ਉਸ ਸੰਦਰਭ ਦੇ ਵਿੱਚ ਦੇਖਣ ਦੀ ਲੋੜ ਹੈ ਵੀ ਕੀ ਉਹ ਚਾਈਨਾ ਨੂੰ ਸਮਝ ਰਹੇ ਆ। ਜਿੱਥੇ ਅਮਿਤ ਸ਼ਾਹ ਦਾ ਬਿਆਨ 370 ਕਸ਼ਮੀਰ ਦੇ ਵਿੱਚੋਂ ਹਟਾਉਣ ਤੋਂ ਬਾਅਦ ਸੀ ਕਿ ਹੁਣ ਅਸੀਂ ਅਕਸਾਈਚਨ ਵੱਲ ਨੂੰ ਵੀ ਮੂੰਹ ਕਰਨਾ, ਉਹ ਤਾਂ ਮਤਲਬ ਹੁਣ ਦੂਜੇ ਪਾਸੇ ਨੂੰ ਹੀ ਇਹਨਾਂ ਦਾ ਮੂੰਹ ਹੋਇਆ ਹੁੰਦਾ ਨਜ਼ਰ ਆ ਰਿਹਾ। ਪਰ ਰਿਐਲਿਟੀ ਰੈਟਰਿਕ ਆਪਣੀ ਥਾਂ 'ਤੇ ਹੈ, ਪਰ ਰਿਐਲਿਟੀ ਗਰਾਊਂਡ ਰਿਐਲਿਟੀ ਨੂੰ ਕਿਵੇਂ ਸਮਝਿਆ ਜਾਵੇ, ਦੇਖਿਆ ਜਾਵੇ ਵੀ ਇਸ ਵਕਤ ਭਾਰਤ ਕੀ ਉਹ ਚਾਈਨਾ ਨੂੰ ਵੀ ਇਸ ਦੇ ਵਿੱਚ ਦੇਖ ਕੇ ਸਮਝ ਕੇ ਹੁਣ ਆਪਣੀ ਇੱਕ ਨੀਤੀ ਸਟ੍ਰੈਟੇਜਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਦੇਖੋ, ਕੁਛ ਚੀਜ਼ਾਂ ਜਿਹੜੀਆਂ ਇਸ ਜੇ 22 ਅਪ੍ਰੈਲ ਤੋਂ 10 ਮਈ ਤੱਕ ਦੇ ਪੀਰੀਅਡ ਦੇ ਵਿੱਚ ਦੇਖੀ ਹੈ, ਜਿਹੜੇ ਕਿ ਆਲਮੋਸਟ 18 ਕੁ ਦਿਨ ਦਾ ਪੀਰੀਅਡ ਬਣਦਾ ਹੈ। ਹੁਣ ਚਾਈਨਾ ਦੇ ਹਵਾਲੇ ਨਾਲ ਗੱਲ ਕਰਨੀ ਬੜੀ ਇੰਪੋਰਟੈਂਟ ਹੈ ਕਿ ਵੀ ਲਗਭਗ
80% ਜਿਹੜੇ ਵੈਪਨ ਪਾਕਿਸਤਾਨ ਨੇ ਇਸਤੇਮਾਲ ਕੀਤੇ ਉਹ ਭਾਵੇਂ ਉਹਨਾਂ ਦੇ J-30 ਜਹਾਜ਼ ਨੇ ਔਰ ਦੂਸਰਾ ਪਾਰਟ ਆ ਉਹ ਚਾਈਨੀਜ਼ ਮੇਡ ਹੈ। ਸੋ ਇਸ ਗੱਲ ਨੇ ਜਿੱਥੇ ਦੁਨੀਆ ਦੇ ਵਿੱਚ ਚਾਈਨਾ ਦਾ ਸਟੇਟਸ, ਚਾਈਨਾ ਨੂੰ ਬਿਨਾਂ ਲੜੇ ਸਿੱਧੇ ਤੌਰ ਦੇ ਉੱਤੇ ਵਾਇਆ ਪ੍ਰੋਕਸੀ ਪਾਕਿਸਤਾਨ ਉਹਨਾਂ ਦੇ ਵੈਪਨਸ ਦੀ ਸੁਪਰੀਓਰਿਟੀ ਪ੍ਰੂਵ ਹੋਈ ਔਰ ਉਹਨਾਂ ਦੇ ਸ਼ੇਅਰ ਮਾਰਕੀਟ ਦੇ ਵਿੱਚ ਵਧੇ ਨੇ। ਔਰ ਚਾਈਨਾ ਜਿਹੜਾ ਇਹ ਦੇਖਦਾ ਕਿ ਵੀ ਉਹ ਸਿਰਫ ਟੀ-ਸ਼ਰਟਾਂ ਜਾਂ ਛਤਰੀਆਂ ਤੇ ਦੂਸਰੀਆਂ ਚੀਜ਼ਾਂ ਹੀ ਸਮਾਲ ਮੈਨੂਫੈਕਚਰਿੰਗ ਦੇ ਨਾਲ ਹੀ ਦੁਨੀਆ ਨੂੰ ਫਲੱਡ ਨਹੀਂ ਕਰਨਾ ਚਾਹੁੰਦਾ, ਜਿਹੜਾ ਉਹ ਕਰ ਰਿਹਾ ਕੀਤਾ ਹੋਇਆ ਉਹਨੇ, ਉਹ ਵੈਪਨ ਦੀ ਦੁਨੀਆ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੀ ਥਾਂ ਬਣਾ ਰਿਹਾ। ਔਰ ਇਸ ਚੋਂ ਇਹ 4 ਰੋਜ਼ਾ ਕਨਫਲਿਕਟ ਚੋਂ ਇਹ ਗੱਲ ਵੀ ਸਾਹਮਣੇ ਆਈ। ਹੁਣ ਚਾਈਨਾ ਦਾ ਇੰਟਰਸਟ ਇੰਡੀਆ 'ਚ ਤੁਸੀਂ ਦੇਖੋਗੇ ਕਿ ਇਹਨਾਂ 18 ਦਿਨਾਂ ਦੇ ਪੀਰੀਅਡ ਦੇ ਵਿੱਚ 22 ਅਪ੍ਰੈਲ ਤੋਂ 10 ਮਈ ਤੱਕ ਚਾਈਨਾ ਨੇ ਅਰੁਣਾਚਲ ਪ੍ਰਦੇਸ਼ ਜਿਹਨੂੰ ਇੰਡੀਆ ਕਹਿੰਦਾ ਹੈ, ਉਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਉਸ ਦੀਆਂ ਬਹੁਤ ਸਾਰੀਆਂ ਥਾਵਾਂ ਦੇ ਨਾਂ ਵੀ ਬਦਲੇ, ਚਾਈਨੀਜ਼ ਨਾਂ ਰੱਖੇ। ਔਰ ਇਸ ਪੀਰੀਅਡ ਦੇ ਵਿੱਚ ਅਸੀਂ ਇਹ ਵੀ ਦੇਖਦੇ ਹਾਂ ਕਿ ਸ਼ਹਬਾਜ਼ ਸ਼ਰੀਫ ਨੇ ਆਪਣੀ ਇੱਕ ਪ੍ਰੈਸ ਕਾਨਫਰੰਸ 'ਚ ਇਹ ਕਿਹਾ ਵੀ ਅਸੀਂ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਮੰਨਦੇ। ਇਵੇਂ ਪਾਕਿਸਤਾਨ ਨੇ ਅਦਰਵਾਈਜ਼ ਕਦੇ ਬਹੁਤਾ ਇੰਡੋ ਚਾਈਨਾ ਰਿਲੇਸ਼ਨਸ਼ਿਪ ਬਾਰੇ ਕੋਈ ਇਸ ਕਿਸਮ ਦੀ ਲਾਈਨ ਨਹੀਂ ਸੀ ਲਈ। ਹੁਣ ਇਹ ਪਾਰਟ, ਔਰ ਜਦੋਂ ਹੁਣ ਮਿਲਟਰੀ ਐਕਸਪਰਟਸ ਇਹ ਗੱਲ ਕਰ ਰਹੇ ਨੇ ਵੀ ਇਸ ਸਾਰੇ ਦਾ ਲਾਈਨ ਆਫ ਐਕਚੁਅਲ ਕੰਟਰੋਲ ਜਿਹੜੀ ਹੈ LAC ਤੇ ਕੀ ਇਫੈਕਟ ਹੋਏਗਾ, ਔਰ ਉਸ 'ਚ ਜਿਹੜੇ ਉਹਨਾਂ ਦੇ ਕੁਝ ਐਕਸਪਰਟ ਨੇ ਉਹ ਇਹ ਕਹਿ ਰਹੇ ਨੇ ਕਿ ਵੀ ਜੇ ਚਾਈਨਾ ਨੇ ਜਦੋਂ ਕਿ ਗਲਵਾਨ ਵੈਲੀ ਕਲੈਸ਼ ਤੋਂ ਬਾਅਦ 2020 ਤੋਂ ਬਾਅਦ ਉਹਨਾਂ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹ ਐਨੈਕਸ ਕੀਤੀ, ਔਰ ਉਹਨਾਂ ਦੇ ਜਿਹੜੇ ਉਹਨਾਂ ਦੇ ਫੋਕਲ ਪੁਆਇੰਟ ਨੇ ਜਾਂ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹ ਕਿੰਨੇ ਹੀ ਉਹਨਾਂ ਨੇ ਜਿਹੜੇ ਹੈ ਉਹ ਉਹਨਾਂ ਨੂੰ ਚਾਈਨੀਜ਼ ਟੈਰੀਟਰੀ ਬਣਾਇਆ। ਉੱਥੇ ਉਹਨਾਂ ਨੇ ਜਦੋਂ ਥੋੜ੍ਹਾ ਬਹੁਤ ਰਿਟਰੀਟ ਕਰਨ ਦੀ ਗੱਲ ਵੀ ਕੀਤੀ, ਇੰਡੀਆ ਨੂੰ ਥੋੜ੍ਹਾ ਜਿਹਾ ਸਾਹ ਦੇਣ ਦੇ ਲਈ, ਨਾਟ ਰਿਟਰੀਟ, ਸਟੇਬਲ ਪੁਆਇੰਟ ਦਾ, ਉਹਨਾਂ ਨੇ ਡੈਪਸੋਂਗ ਜਿਹੜਾ ਸਿਆਚਨ ਗਲੇਸ਼ੀਅਰ ਦੇ ਨੇੜੇ ਹੈ ਉਸ ਦੇ ਵਿੱਚ ਕੋਈ ਕੰਸੈਸ਼ਨ ਨਹੀਂ ਦਿੱਤਾ, ਕਿਉਂਕਿ ਚਾਈਨਾ ਦੇ ਲਈ ਜਿੱਥੇ ਉਹਨਾਂ ਦਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਇੰਪੋਰਟੈਂਟ ਹੈ, ਉੱਥੇ ਸਿਆਚਨ ਗਲੇਸ਼ੀਅਰ ਜਿਹੜਾ 84 ਦੇ ਵਿੱਚ ਹੀ ਭਾਰਤ ਨੇ ਜਿਹੜਾ ਉਸ 'ਤੇ ਕਬਜ਼ਾ ਕੀਤਾ, ਇਹ ਵੀ ਫਿਊਚਰ ਜਿਹੜਾ ਵਾਰ ਥੀਏਟਰ ਹੈ ਉਹਦਾ ਹਿੱਸਾ ਬਣ ਸਕਦਾ ਹੈ। ਔਰ ਇਹ ਡੈਪਸੋਂਗ ਦੇ ਉੱਤੇ ਕੋਈ ਕੰਸੈਸ਼ਨ ਜਿਹੜਾ ਹੈ ਉਹ ਚੀਨ ਦੇਣ ਨੂੰ ਤਿਆਰ ਨਹੀਂ ਹੈ। ਥਰਡਲੀ ਜਿਸ ਮਾਮਲੇ 'ਚ ਚਾਈਨਾ ਨੇ ਕੋਆਰਡੀਨੇਟ ਕੀਤਾ ਦੋਵੇਂ ਪਾਸਿਓਂ, ਜਿਹੜੇ ਚਾਈਨੀਜ਼ ਦੀਆਂ ਤੁਸੀਂ ਬਰੀਫਿੰਗ ਜਾਂ ਦੂਸਰੀਆਂ ਦੇਖੋਗੇ, ਹੁਣ ਇੰਡੀਆ 'ਚ ਤੁਸੀਂ ਇਹਨਾਂ ਦੀ ਰੇਸਿਜ਼ਮ ਵੀ ਦੇਖੋ ਔਰ ਹੇਟਰਡ ਦੇਖੋ। ਮੋਦੀ ਗੁਜਰਾਤ ਦੀ ਇੱਕ ਸਭਾ ਦੇ ਵਿੱਚ ਇਹ ਕਹਿ ਰਿਹਾ ਕਿ ਸਭ ਕੁਝ ਵਿਦੇਸ਼ੋਂ ਆ ਰਿਹਾ ਹੈ। ਹੁਣ ਤਾਂ ਸਾਡੇ ਗਣੇਸ਼ ਜੀ ਵੀ ਆਪਣੀ ਕਲਾ ਕਹਿੰਦੇ, ਗਣੇਸ਼ ਜੀ ਵੀ ਉਹਦੀਆਂ ਵੀ ਅੱਖਾਂ ਨਿੱਕੀਆਂ ਨਿੱਕੀਆਂ ਹੋ ਗਈਆਂ। ਹੁਣ ਇਹਦੇ 'ਤੇ ਜਿਹੜੀਆਂ ਨਾਰਥ ਈਸਟ ਦੀਆਂ ਸਾਰੀਆਂ ਸਟੇਟਾਂ ਨੇ ਭਾਰਤ ਦੀਆਂ, ਉਹ ਸਾਰੇ ਮੰਗਲੋਇਡ ਰੇਸ ਦੇ ਨੇ ਜਿਨ੍ਹਾਂ ਦੀਆਂ ਅੱਖਾਂ ਛੋਟੀਆਂ ਹੁੰਦੀਆਂ ਨੇ, ਕਿਉਂਕਿ ਮੇਡ ਇਨ ਚਾਈਨਾ। ਉਹ ਕਹਿੰਦਾ ਹਮਾਰੇ ਗਣੇਸ਼ ਭਗਵਾਨ ਵੀ ਜਿਹੜੇ ਆ ਛੋਟੀਆਂ ਅੱਖਾਂ ਵਾਲੇ ਹੋ ਗਏ, ਇਹਨੂੰ ਬੰਦ ਕਰੋ, ਇਹਨੂੰ ਕੁਛ ਨਾ ਲਓ ਬਾਹਰ ਤੋਂ। ਹਾਲਾਂ ਉਹਨਾਂ ਨੇ ਕਿਹਾ ਵੀ ਤੇਰਾ ਟੋਪ ਵੀ ਬਾਹਰ ਲਾ, ਤੇਰਾ ਪੈਨ ਵੀ ਬਾਹਰ ਲਾ, ਤੇਰੀ ਘੜੀ ਵੀ ਬਾਹਰ ਲਈ, ਪਹਿਲਾਂ ਤੂੰ ਆਪਣਾ ਦੇਖ ਕਿ ਵੀ ਕੀ ਹੈਗਾ। ਲੇਕਿਨ ਇਹ ਗੱਲ ਸ਼ੋਅ ਕਰਦੇ, ਔਰ ਆਲਰੇਡੀ ਜਿਵੇਂ ਅਸੀਂ ਟਿਕਟੌਕ ਔਰ ਦੂਸਰੇ ਸਾਰੇ ਆਲਰੇਡੀ ਬੈਨ ਨੇ ਉੱਥੇ। ਔਰ ਅੱਜ ਹੀ ਜਿਹੜਾ ਇੰਡੀਆ ਨੇ ਇੱਕ ਹੋਰ ਰੈਗੂਲੇਸ਼ਨ 2-4 ਦਿਨ ਪਹਿਲਾਂ ਦਿੱਤਾ ਹੈ, ਹੁਣ ਜਿਹੜੇ ਸਰਵੇਲੈਂਸ ਕੈਮਰੇ ਨੇ ਦੁਨੀਆ ਦੇ ਵਿੱਚ ਸ਼ਾਇਦ 40% ਦੀ ਮਾਰਕੀਟ ਉਹ ਜਿਹੜੇ ਕੈਮਰੇ ਲੱਗਦੇ ਨੇ CCTV ਕੈਮਰੇ ਜਿਹਨਾਂ ਨੂੰ ਕਹਿੰਦੇ ਨੇ, ਉਹ ਚਾਈਨਾ ਦੇ ਨੇ। ਭਾਰਤ ਦੇ ਵਿੱਚ 80% ਨੇ। ਔਰ ਉਹਨਾਂ ਨੇ ਰੌਲਾ ਸ਼ੁਰੂ ਕਰਤਾ ਕਿ ਜੀ ਇਹ ਤਾਂ ਜਿਹੜਾ ਸਾਡਾ ਡਾਟਾ ਹੈ ਜਿਹੜਾ ਅੰਦਰ ਸੀ ਉਹ ਤਾਂ ਬਾਹਰ ਵੀ ਜਾ ਰਿਹਾ, ਕਿਉਂਕਿ ਚਾਈਨੀਜ਼ ਹੀ ਮੋਨੀਟਰ ਕਰਦੇ ਨੇ। ਔਰ ਦੂਜੇ ਉਹਨਾਂ ਨੇ ਇੰਨੇ ਸਖਤ ਕਾਨੂੰਨ ਬਣਾ ਦਿੱਤੇ ਨੇ ਉੱਥੇ, ਕੋਈ ਕਿ ਜੀ ਉਹਦੀ ਪਹਿਲਾਂ ਅਪਰੂਵਲ ਹੋਏਗੀ ਫਿਰ ਫਲਾਣਾ ਹੋ ਗਿਆ। ਸੋ ਮਤਲਬ ਇਹ ਹੈ ਵੀ, ਔਰ ਈਵਨ ਅਮਰੀਕਨ ਡਿਫੈਂਸ ਐਨਾਲਿਸਟ ਦੀ ਰਿਪੋਰਟ ਜਿਹੜੀ 4 ਦਿਨ ਪਹਿਲਾਂ ਹੀ ਆਈ ਹੈ, ਉਹਨਾਂ ਨੇ ਕਿਹਾ ਵੀ ਭਾਰਤ ਦਾ ਅਸਲ ਦੁਸ਼ਮਣ ਚਾਈਨਾ ਹੈ, ਪਾਕਿਸਤਾਨ ਨੂੰ ਤਾਂ ਉਹ ਐਜ਼ ਐਨ ਐਨੈਕਸੀ ਸਮਝਦੇ ਨੇ। ਸੋ ਚਾਈਨਾ ਨੂੰ ਵੀ ਸੂਟ ਕਰਦਾ ਵੀ ਉਹਨਾਂ ਨੂੰ ਭਾਰਤ ਨਾਲ ਸਿੱਧਾ ਨਹੀਂ ਲੜਨਾ ਪਿਆ, ਉਹਨਾਂ ਦੇ ਹਥਿਆਰ ਵੀ ਟੈਸਟ ਹੋ ਗਏ, ਉਹਨਾਂ ਨੇ ਭਾਰਤ ਨੂੰ ਵੀ ਆਰੇ ਲਾਤਾ। ਦੁਨੀਆ ਭਰ 'ਚ 59 ਦੇ ਕਰੀਬ ਇਹਨਾਂ ਦੇ ਜਿਹੜੇ MP ਤੇ ਦੂਜੇ ਜਾ ਕੇ ਆਪਣਾ ਕੇਸ ਪਲੀਡ ਕਰ ਰਹੇ ਨੇ ਝੂਠ ਦਾ, ਕਿਉਂਕਿ ਇਹ ਸਾਰਾ ਪਾਰਟ ਹੋਇਆ। ਸੋ ਨਾਲ ਦੀ ਨਾਲ ਚਾਈਨਾ ਨੇ ਭਾਰਤ ਰਾਹੀਂ ਅਮਰੀਕਾ ਨੂੰ ਵੀ ਮੈਸੇਜ ਦੇ ਦਿੱਤਾ ਕਿ ਭਾਈ ਇਹਨਾਂ 'ਤੇ ਤੁਸੀਂ ਕਿੰਨਾ ਕੁ ਤੁਸੀਂ ਇਹ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਤਾਂ ਭਾਰਤ ਨੂੰ ਆਪਣਾ ਕੰਪੀਟੀਟਰ ਹੀ ਨਹੀਂ ਸਮਝਦਾ।
ਰਾਦਰ ਚਾਈਨਾ ਨੇ, ਔਰ ਇਹ ਗੱਲ ਕੋਈ ਨਵੀਂ ਨਹੀਂ ਹੈ। ਜੇ ਅਸੀਂ ਚੌਵਨ ਲਾਈ, ਜਿਹੜਾ ਨਹਿਰੂ ਦਾ ਯਾਰ ਸੀ, ਹਰ ਚੌਥੇ ਦਿਨ ਉਹ ਕਲਕੱਤੇ ਆਇਆ ਹੁੰਦਾ ਸੀ ਡਿਨਰ ਕਰਨ ਨੂੰ, ਨਹਿਰੂ ਨੂੰ ਕਹਿੰਦਾ ਸੀ ਕਿ ਬਈ ਸੈਟਲ ਕਰ ਲਓ ਇਹ ਸਾਰੇ ਨੂੰ, ਇਹ ਮੈਕਮੋਹਨ ਲਾਈਨ ਜਿਹੜੀ ਤੁਸੀਂ ਜਿਹਦੇ ਤੇ LAC ਖੜੀ ਕੀਤੀ ਹੋਈ, ਇਹਨੂੰ ਤਾਂ ਅਸੀਂ ਉਦੋਂ ਵੀ ਨਹੀਂ ਸੀ ਮੰਨਿਆ, ਭਾਵੇਂ ਕਿ ਬਿਲਕੁਲ ਦੁਬੈਲ ਕਿਸਮ ਦੀ ਉਹਨਾਂ ਦੀ ਬਾਦਸ਼ਾਹਤ ਸੀ, ਲੇਕਿਨ ਇਹਨਾਂ ਦੇ ਹੌਸਲੇ ਇੰਨੇ ਕੁ ਸੀ ਕਿ ਜੀ 62 ਦਾ ਜਿਹੜਾ ਕਲੈਸ਼ ਹੁੰਦਾ ਹੈ ਜਿਹਦੇ ਚ ਅਕਸਾਈ ਚਿੰਨ, ਜਿਹਨੂੰ ਫਿਰ ਅਮਿਤ ਸ਼ਾਹ ਨੇ, ਹੁਣ ਇਹ ਜਿਹੜੀ ਨਵੀਂ ਟਰਬਲ ਚਾਈਨਾ ਦੇ ਨਾਲ ਆਈ, ਚਾਈਨਾ ਨੇ ਸਿਟ ਬੈਕ ਪੋਜੀਸ਼ਨ ਲੈ ਲਈ ਸੀ ਜਦੋਂ ਵਾਜਪਾਈ ਦੇ ਵੇਲੇ, ਵਾਜਪਾਈ ਗਿਆ ਐਜ਼ ਏ ਪ੍ਰਾਈਮ ਮਿਨਿਸਟਰ ਵੀ, ਪਹਿਲਾਂ ਐਜ਼ ਏ ਫੋਰਨ ਮਿਨਿਸਟਰ ਮੁਰਾਰਜੀ ਦੇਸਾਈ ਦੇ ਵੇਲੇ, ਜਦੋਂ ਇੰਡੀਆ ਨੇ ਮੰਨ ਲਿਆ ਕਿ ਉਹ ਤਾਈਵਾਨ ਨੂੰ ਚਾਈਨਾ ਦਾ ਪੱਕਾ ਹਿੱਸਾ ਮੰਨਦਾ ਹੈ ਔਰ ਤਿੱਬਤ ਦੇ ਉੱਤੇ ਚਾਈਨਾ ਦੇ ਕੰਟਰੋਲ ਨੂੰ ਮੰਨ ਲਿਆ, ਚਾਈਨਾ ਨਾਰਮਲਾਈਜ਼ ਕਰਨਾ ਚਾਹੁੰਦਾ ਸੀ ਰਿਲੇਸ਼ਨਸ਼ਿਪ। ਇਹੀ ਕਾਰਨ ਹੈ ਵੀ ਇਨਵੈਸਟਮੈਂਟ ਵੀ ਸ਼ੁਰੂ ਹੋਈ, ਚਾਈਨਾ ਨੇ ਵੀ ਥੋੜਾ ਜਿਹਾ ਜਿਹੜਾ ਉਹ ਰਿਲੈਕਸਡ ਪੋਸਚਰ ਇਹਦੇ ਤੇ ਲਿਆ। ਲੇਕਿਨ ਜਿਸ ਦਿਨ 5 ਅਗਸਤ 2019 ਨੂੰ ਅਮਿਤ ਸ਼ਾਹ ਨੇ ਰਾਜ ਸਭਾ 'ਚ ਖਲੋ ਕੇ, ਜਿੱਥੇ ਜੰਮੂ ਕਸ਼ਮੀਰ ਦਾ ਸੂਬੇ ਦਾ ਸਟੇਟਸ ਖਤਮ ਕੀਤਾ, ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ। ਹੁਣ ਲਦਾਖ ਨੂੰ ਵੀ ਚਾਈਨਾ, ਜਿਵੇਂ ਮੈਂ ਅਕਸਰ ਕਿਹਾ ਹੈ ਕਿ ਬਈ ਮਾਊਜ਼ੇ ਤੁੰਗ ਵੀ 5 ਫਿੰਗਰਸ ਕਹਿੰਦਾ ਸੀ ਵੀ ਤਿੱਬਤ ਜਿਹੜਾ ਹੈ ਉਹ ਹਥੇਲੀ ਹੈ ਜਿਹੜੀ ਹੈ, ਔਰ 5 ਸਾਡੀਆਂ ਉਂਗਲਾਂ ਨੇ ਉਸ ਹਥੇਲੀ ਦੀਆਂ, ਉਹਨਾਂ ਦੇ ਵਿੱਚ ਸਾਊਥ ਤਿੱਬਤ ਹੈ ਜਿਹੜਾ ਅਰੁਣਾਚਲ ਪ੍ਰਦੇਸ਼ ਹੈ, ਲਦਾਖ ਹੈ, ਸਿੱਕਮ ਹੈ, ਔਰ ਜਿਹੜਾ ਭੂਟਾਨ, ਔਰ ਇਹ ਜਿਹੜਾ ਨੇਪਾਲ, ਇਹ 5 ਫਿੰਗਰਸ ਨੇ। ਹੁਣ ਜਦੋਂ ਇਹਨਾਂ ਨੇ, ਔਰ ਅਮਿਤ ਸ਼ਾਹ ਨੇ ਕਿਹਾ ਜੀ ਆਪ ਅਕਸਾਈ ਚਿੰਨ ਵੀ ਲੈਣਾ ਹੈ। ਹੁਣ ਅਕਸਾਈ ਚਿੰਨ ਦਾ ਮਤਲਬ ਆਲਰੇਡੀ 32,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟੋਰੀ ਜਿਹੜੀ ਚਾਈਨਾ ਨੇ 1962 'ਚ ਲਈ ਹੈ। ਫਿਰ ਕੱਲਾ ਇਹੀ ਨਹੀਂ, ਜੇ ਤੁਸੀਂ ਪਿਛਲੇ ਇਹਨਾਂ ਦੇ ਫੌਜੀ ਚੀਫ ਰਹੇ, ਉਹ ਜੇ ਸਿੰਘ ਹੋਏ, ਦੂਜਾ ਹੋਏ, ਬੜੇ ਫਖਰ ਨਾਲ ਕਹਿੰਦੇ ਸੀ ਵੀ ਆਰ ਰੈਡੀ ਫॉर ਦਾ 2 ਥੀਏਟਰ ਵਾਰ, ਕਿ ਜੇ ਚਾਈਨਾ ਪਾਕਿਸਤਾਨ ਇਕੱਠੇ ਹੋ ਕੇ ਵੀ ਸਾਡੇ ਕੋਲ ਵੀ ਹੈਵ ਦਾ ਕੈਪੇਬਿਲਿਟੀ, ਖੁਦ ਹੀ ਇਹਨਾਂ ਨੇ ਉਹਨੂੰ ਵਾਰ ਡਾਕਟਰੀਨ ਕਹਿਣ ਲੱਗ ਗਏ, ਜਿਵੇਂ ਹੁਣੇ ਕਹਿੰਦੇ ਨਿਊ ਨਾਰਮਲ। ਇਹ ਲਫ਼ਜ਼ਾਂ ਦੇ ਨਾਲ ਖੇਡਦੇ ਨੇ, ਇਹਨਾਂ ਨੂੰ ਉਸ ਦੇ ਬਿਯੋਂਡ ਕੀ ਹੁੰਦਾ ਹੈ ਜਾਂ ਉਸ 'ਤੇ ਪਹਿਰਾ ਕਿਵੇਂ ਦੇਣਾ ਇਹਦਾ ਪਤਾ ਨਹੀਂ ਹੈ। ਉਦੋਂ ਵੀ ਕਹਿਣ ਲੱਗ ਗਏ ਜੀ ਨਿਊ ਵਾਰ ਡਾਕਟਰੀਨ। ਜੇ ਸਿੰਘ ਨੇ ਇਹ ਕਹਿ ਦਿੱਤਾ, ਉਹ ਮਲਕ ਆਇਆ, ਉਹਨੇ ਇੱਕ ਕਦਮ ਹੋਰ ਅੱਗੇ ਜਾ ਕੇ ਵੀ ਆਰ ਕੇਪੇਬਲ। ਹੁਣ ਜਦੋਂ ਰਾਫੇਲ ਇਹਨਾਂ ਨੇ ਲਏ, ਰਾਫੇਲ ਪਾਕਿਸਤਾਨ ਲਈ ਤਾਂ ਨਹੀਂ ਸੀ ਲਏ, ਰਾਫੇਲ ਉਹਨਾਂ ਨੂੰ ਲੱਗਦਾ ਸੀ ਕਿ ਵੀ ਚਾਈਨਾ ਕੋਲ ਉਹਦਾ ਤੋੜ ਨਹੀਂ ਹੈ। ਹੁਣ ਜਿਹੜੇ J-30 ਨੇ ਚਾਈਨਾ ਦੇ ਨੇ, ਉਹਨਾਂ ਨੇ ਇਹਨਾਂ ਦੀ ਭੂਤਨੀ ਭੁਲਾ ਦਿੱਤੀ। ਸੋ ਮਤਲਬ ਇਹ ਹੈ ਵੀ ਇਸ ਸਾਰੇ ਕ੍ਰਾਈਸਿਸ 'ਚੋਂ ਪਾਕਿਸਤਾਨ ਨੇ ਤਾਂ ਚਲੋ ਆਪਣੀ ਰਿਟ ਦਿਖਾਈ ਹੈ, ਜੇ ਕੁੱਲ ਮਿਲਾ ਕੇ ਕਹਿਣਾ ਹੋਏ ਲੂਜ਼ਰ ਤਾਂ ਇੰਡੀਆ ਹੀ ਹੈ, ਉਹ ਕਿਸੇ ਪਾਸਿਓਂ ਵੀ ਤੁਸੀਂ ਦੇਖ ਲਓ। ਤੇ ਜੇ ਸਭ ਤੋਂ ਵੱਡਾ ਕੋਈ ਗੇਨਰ ਹੈ ਜਾਂ ਜਿਹਨੇ ਆਪਣਾ ਜਿਹੜਾ ਉਹ ਰੁਤਬਾ ਅਪ ਕੀਤਾ ਤਾਂ ਉਹ ਚਾਈਨਾ ਹੈ। ਔਰ ਇਹਦੇ 'ਚ ਚਾਈਨਾ ਪਾਕਿਸਤਾਨ ਜਿਹੜੀ ਐਕਸਿਸ ਹੈ, ਆਉਣ ਵਾਲੇ ਪੀਰੀਅਡ 'ਚ ਹੋਰ ਵੀ ਮਜ਼ਬੂਤੀ ਦੇ ਨਾਲ ਬਾਕੀ ਸਾਰੇ, ਹੁਣ ਤਾਂ ਉਹਨਾਂ ਦੀਆਂ ਜੁਆਇੰਟ ਡਰਿਲ, ਜੁਆਇੰਟ ਐਕਸਰਸਾਈਜ਼ਸ ਦੂਜੇ ਤੀਜੇ ਉਹ ਤਾਂ ਪਹਿਲਾਂ ਹੀ ਹੁੰਦੀਆਂ ਸੀ, ਹੁਣ ਉਹਨਾਂ ਨੇ, ਔਰ ਇੱਕ ਪਾਰਟ ਜਿਹੜਾ ਸਾਰੀ ਡਿਸਕਸ਼ਨ 'ਚ ਕਿਤੇ ਨਹੀਂ ਆਇਆ, ਅੱਜ ਵੀ ਜੰਮੂ ਕਸ਼ਮੀਰ ਦੇ ਬਹੁਤ ਸਾਰੇ ਹਿੱਸੇ ਦੇ ਵਿੱਚ ਜਿਹੜਾ ਉਹ ਇੰਟਰਨੈਟ ਫੰਕਸ਼ਨਲ ਨਹੀਂ ਹੈ, ਅਦਰਵਾਈਜ਼ ਨਹੀਂ ਹੈ। ਉਹ ਚਾਈਨਾ ਰਾਹੀਂ ਪਾਕਿਸਤਾਨ ਨੇ ਜਿਵੇਂ ਇਹਨਾਂ ਦਾ ਉਹ ਸਾਰਾ ਕੁਝ ਜਾਮ ਕੀਤਾ ਸਿਸਟਮ। ਇਸ ਤੋਂ ਪਹਿਲਾਂ ਚਾਈਨਾ ਨੇ ਇੱਕ ਵਾਰ ਬੰਬੇ 'ਚ ਉਹਨਾਂ ਦੀ ਸਟਾਕ ਐਕਸਚੇਂਜ ਸਭ ਕੁਝ ਪ੍ਰੋਪਰ ਜਿਹੜਾ ਉਹ ਜਾਮ ਕਰਦਾ ਸੀ, ਸਾਈਬਰ ਅਟੈਕ। ਸੋ ਜਿਹੜਾ ਸਾਈਬਰ ਅਟੈਕ ਦਾ ਐਲੀਮੈਂਟ ਹੈ, ਇਸ ਦੇ ਵਿੱਚ ਚਾਈਨਾ ਦਾ ਅਪਰ ਹੈਂਡ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਚਾਈਨਾ ਦਾ ਅਪਰ ਹੈਂਡ ਹੈ, ਹਵਾਈ ਤਾਕਤ ਦੇ ਲਿਹਾਜ਼ ਨਾਲ ਉਹਨਾਂ ਨੇ ਦੱਸ ਦਿੱਤਾ ਵੀ ਇਹ ਰਾਫੇਲ ਜਿਹੜੇ ਤੁਹਾਨੂੰ ਸੀ ਜੀ, ਅਸੀਂ ਤਾਂ ਹੁਣ ਲਦਾਖ ਤੇ ਦੂਜੇ ਤੀਜੇ ਰੀਜਨ 'ਚ, ਔਰ ਉਦੋਂ ਜਦੋਂ ਰਾਫੇਲ ਇਹਨਾਂ ਨੇ ਲਏ, ਉਹਨਾਂ ਦੇ ਐਨਾਲਿਸਟ ਕਹਿੰਦੇ ਸੀ ਜੀ ਇਹਦਾ ਤਾਂ ਤੋੜ ਚਾਈਨਾ ਕੋਲ ਵੀ ਨਹੀਂ ਹੈ, ਇਹ ਪਾਕਿਸਤਾਨ ਦੇ ਜਿਹੜੇ ਨੇ F-16 ਜਾਂ ਦੂਜੇ ਤੀਜੇ ਤਾਂ ਕੁਝ ਵੀ ਨਹੀਂ ਹੈ ਇਹਦੇ ਸਾਹਮਣੇ। ਸੋ ਉਹ ਸਾਰਾ ਜਿਹੜਾ ਉਹਨਾਂ ਦਾ ਪਾਰਟ ਹੈ ਉਹ ਥੱਲੇ ਡਿੱਗਦਾ। ਸੋ ਮੈਂ ਸਮਝਦਾ ਵੀ ਚਾਈਨਾ ਹੁਣ ਤੱਕ ਥੋੜ੍ਹਾ ਬਹੁਤ ਡੋਸਾਈਲ ਲੈਵਲ ਦੇ ਉੱਤੇ ਇੰਡੀਆ ਨੂੰ ਪ੍ਰੋਵੋਕ ਕਰਨ ਲਈ ਉਹ ਬਿਆਨਬਾਜ਼ੀ ਨਹੀਂ ਸੀ ਕਰਦੇ, ਪਰ ਹੁਣ ਉਹਨਾਂ ਦਾ, ਮੈਂ ਇੱਕ ਜਿਹੜਾ ਐਕਸਪਰਟ ਹੈ ਔਰ ਉਹਨਾਂ ਦੀ ਇਸ ਫੀਲਡ ਦਾ, ਉਹ ਬੜਾ ਐਗਰੈਸਿਵਲੀ ਇੰਡੀਆ ਨੂੰ ਜਿਹੜਾ ਸੁਣਾ ਰਿਹਾ ਸੀ ਕਿ ਵੀ ਇਹ ਤੁਸੀਂ ਜੋ ਕੁਛ ਕਰ ਰਹੇ ਹੋ ਇਹਦੇ ਕਨਸੀਕੁਐਂਸਿਸ ਤੁਸੀਂ ਕਦੇ ਸੋਚੇ ਨਹੀਂ ਨੇ। ਸੋ ਚਾਈਨਾ ਦੇ ਲਈ ਤਾਂ ਕੋਈ ਗਰਾਊਂਡ ਟਰੂਪ ਉਤਾਰਨ ਦੀ ਲੋੜ ਹੀ ਨਹੀਂ ਹੈ। ਉਹ ਭਾਵੇਂ ਇਸ ਸਾਰੇ ਨੂੰ ਕਿਵੇਂ ਜਿਹੜਾ ਉਹ ਇਹਦਾ ਉਹ ਰਾਹ ਬਦਲ ਸਕਦੇ ਨੇ, ਉਹ ਤਾਂ ਉਹਦੇ ਅਲਾਈ ਪਾਕਿਸਤਾਨ ਨੇ ਦੱਸ ਦਿੱਤਾ ਵੀ ਇੰਡੀਆ ਤਾਂ ਪਾਕਿਸਤਾਨ ਦੇ ਨਾਲ ਵੀ ਜਿਹੜਾ ਉਹਦਾ ਕੋਈ ਮੈਚ ਨਹੀਂ ਹੈ, ਤਾਂ ਚਾਈਨਾ ਦੇ ਨਾਲ ਤਾਂ ਇਹਨਾਂ ਨੇ ਕੀ ਟੱਕਰ ਲੈਣੀ ਹੈ।
ਇਹਦੇ ਵਿੱਚ ਜੇ ਇਸ ਸੰਦਰਭ ਦੇ ਵਿੱਚ ਜਦੋਂ ਅਸੀਂ ਚਾਈਨਾ ਨੂੰ ਐਜ਼ ਅ ਫੈਕਟਰ ਦੇਖ ਕੇ ਗੱਲ ਕਰਦੇ ਹਾਂ, ਜੇ ਇੱਥੇ ਸਿੱਖਾਂ ਨੂੰ ਧਿਰ ਦੇ ਵਜੋਂ, ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਅਮਰੀਕਾ ਦੇ ਹਵਾਲੇ ਨਾਲ, ਉਸ ਪੱਖੋਂ ਸਮਝਿਆ ਜਾਵੇ ਤੇ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਪਾਕਿਸਤਾਨ ਨੂੰ ਅਸੀਂ ਨੈਕਸਟ ਡੋਰ ਨੇਬਰ ਸਮਝਦੇ ਹਾਂ, ਪਾਕਿਸਤਾਨ ਦੀ ਜਿਹੜੀ ਰਿਲੇਸ਼ਨਸ਼ਿਪ ਚਾਈਨਾ ਦੇ ਨਾਲ ਹੈਗੀ ਆ, ਸੋ ਸਾਡਾ ਇਸ ਦੇ ਵਿੱਚ, ਕਿਉਂਕਿ ਜੇ ਚਾਈਨਾ ਨੂੰ ਜਿਵੇਂ ਤੁਸੀਂ ਕਿਹਾ ਲੋੜ ਨਹੀਂ ਹੈਗੀ ਡਾਇਰੈਕਟ ਅਟੈਕ ਕਰਨ ਦੀ ਇੰਡੀਆ ਦੇ ਉੱਤੇ, ਆਲਰੇਡੀ ਜਿਹੜੀ ਉਹਨਾਂ ਨੇ ਪਾਕਿਸਤਾਨ ਨੂੰ ਬੈਕਿੰਗ ਕੀਤੀ ਹੈ ਉਹਦੇ ਨਾਲ ਉਹਨਾਂ ਨੇ ਇੰਡੀਆ ਨੂੰ, ਜਿਹਨੂੰ ਕਹਿੰਦੇ ਹੁੰਦੇ ਆ ਵੀ ਸ਼ੀਸ਼ਾ ਦਿਖਾ ਦਿੱਤਾ ਆ ਵੀ ਭਾਈ ਤੁਸੀਂ ਕਿੱਥੇ ਖੜੇ ਹੋ। ਜੇ ਉਹ ਅੱਗੇ ਮੋਰ ਅਗਰੈਸਿਵਲੀ ਉਹ ਕਰਦੇ ਆ, ਪਰਸਿਊ ਕਰਦੇ ਆ ਇਸ ਪਾਲਿਸੀ ਨੂੰ, ਤੇ ਆਉਣ ਵਾਲੇ 5 10 15 20 ਸਾਲਾਂ ਦੇ ਵਿੱਚ ਦੇ ਕੈਨ ਗੋ ਫਰਦਰ। ਉਹਨਾਂ ਦੇ ਸਾਹਮਣੇ ਕਸ਼ਮੀਰ ਵੀ ਇੱਕ ਆਪਸ਼ਨ ਹੈ, ਉਹਨਾਂ ਦੇ ਸਾਹਮਣੇ ਪੰਜਾਬ ਵੀ ਇੱਕ ਆਪਸ਼ਨ ਹੈਗੀ ਹੈ, ਜੇ ਕੋਈ ਉਹ ਡਿਪਲੋਮੈਟਿਕ ਲੈਵਲ ਦੇ ਉੱਤੇ ਕੋਈ ਉਸ ਕਿਸਮ ਦੀ ਸਪੋਰਟ ਪਾਕਿਸਤਾਨ ਦੇ ਥਰੂ ਉਹ ਹੁੰਦੀ ਹੈ, ਜਿਹਦਾ ਤੁਸੀਂ ਵੀ ਹਮੇਸ਼ਾ, ਜਾਂ ਜਿਹੜੀਆਂ ਪੰਜਾਬ ਦੇ ਵਿੱਚ ਧਿਰਾਂ ਨੇ ਉਹ ਵੀ ਹਮੇਸ਼ਾ ਜ਼ਿਕਰ ਕਰਦੀਆਂ ਨੇ ਵੀ ਭਾਈ ਇੱਕ ਬਫਰ ਸਟੇਟ ਜਿਹੜੀ ਆ ਉਹ ਕਮਿਊਨਿਸਟ ਚਾਈਨਾ, ਇਸਲਾਮਿਕ ਪਾਕਿਸਤਾਨ ਤੇ ਹਿੰਦੂ ਇੰਡੀਆ ਦੇ ਵਿਚਾਲੇ ਚਾਹੀਦੀ ਹੈ, ਜਿਹੜਾ ਕਿ ਇੱਕ ਪਰਮਾਨੈਂਟ ਸੋਲਿਊਸ਼ਨ ਹੋਊਗਾ ਪੀਸ ਦੇ ਲਈ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ। ਸੋ ਉਸ ਹਵਾਲੇ ਨਾਲ ਕੀ ਤੁਸੀਂ ਪਾਲਿਸੀ ਦੇਖਦੇ ਹੋ ਜਾਂ ਸਮਝਦੇ ਹੋ ਵੀ ਜਿਹੜੀ ਸਿਚੁਏਸ਼ਨ ਇਹ ਬਣੀ ਹੋਈ ਹੈ ਉਹਦੀ ਪੋਸੀਬਿਲਿਟੀ ਕੀ ਹੈ, ਤੇ ਜੇ ਉਸ ਪੱਖੋਂ ਕੋਈ ਪਾਕਿਸਤਾਨ ਦੇ ਹਵਾਲੇ ਨਾਲ ਕੋਈ ਉਹ ਕੀਤਾ ਜਾ ਸਕਦਾ? ਕਿਉਂਕਿ ਇਸ ਕਨਫਲਿਕਟ ਦੇ ਵਿੱਚ ਉਸ ਕਿਸਮ ਦੀ ਬਿਆਨਬਾਜ਼ੀ ਵੀ ਬਹੁਤ ਹੋਈ ਹੈ ਮੀਡੀਆ ਦੇ ਵਿੱਚ। ਸੋ ਮੀਡੀਆ ਦੇ ਵਿੱਚ ਗੱਲਾਂ ਹੋਣੀਆਂ ਇੱਕ ਲੈਵਲ ਦੇ ਉੱਤੇ, ਉਹ ਉਹਨਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਤੇ ਜਾਂਦਾ ਆ, ਜਿਹੜੇ ਪਾਲਿਸੀ ਜਾਂ ਪੋਲੀਟੀਕਲ ਲੌਬਿੰਗ ਹੁੰਦੀ ਹੈ ਉੱਥੇ ਤੱਕ। ਦੇਖੋ, ਇੰਡੀਆ ਦਾ ਬਹੁਤ ਸਾਰਾ ਰਿਐਕਸ਼ਨ ਸਿਚੁਏਸ਼ਨ ਨੂੰ ਦੇਖਦੇ ਆ, ਨੀ ਜਰਕ ਰਿਐਕਸ਼ਨ ਅਸੀਂ ਉਹਨੂੰ ਕਹਿੰਦੇ ਆ, ਵੈਲ ਥਾਟ ਆਫ ਨਹੀਂ ਹੁੰਦਾ। ਤੁਸੀਂ ਚਾਈਨਾ ਫੈਕਟਰ ਦੀ ਲੌਂਗ ਟਰਮ ਗੱਲ ਕੀਤੀ। ਹੁਣ ਜੇ ਇੰਡੀਆ ਨੇ ਵਨ ਸਾਈਡਡਲੀ ਜਾਂ ਬਿਨਾਂ ਕੰਸਲਟ ਕੀਤੇ ਕਿਸੇ ਨੂੰ ਇੰਡਸ ਵਾਟਰ ਟ੍ਰੀਟੀ ਨੂੰ ਸਸਪੈਂਡ ਕਰਨ ਦੀ ਗੱਲ ਕੀਤੀ, ਜਿਹਨੂੰ ਰਿਪੀਟ ਕਰ ਰਹੇ ਨੇ ਬਾਰ-ਬਾਰ ਕਿ ਜੀ ਅਸੀਂ ਤਾਂ ਉਹਦਾ ਸਾਹ ਰੋਕ ਦਿਆਂਗੇ, ਅਸੀਂ ਤਾਂ ਉਹਦਾ, ਉਹਨਾਂ ਨੂੰ ਇਹ ਭੁੱਲ ਗਿਆ ਕਿ ਵੀ ਬ੍ਰਹਮਪੁੱਤਰਾ ਰਿਵਰ ਜਿਹੜੀ ਉਹਨਾਂ ਦੀ ਲਾਈਫ ਲਾਈਨ ਹੈ ਭਾਰਤ ਦੇ ਬਹੁਤ ਸਾਰੇ ਹਿੱਸੇ ਦੀ, ਅਸਾਮ ਚੋਂ ਲੈ ਕੇ ਥੱਲੇ ਤੱਕ ਬੰਗਾਲ ਤੱਕ, ਉਹਦੇ 'ਤੇ ਚਾਈਨਾ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਿਹਾ ਔਰ ਉਹਦੇ ਲਈ ਡਾਈਵਰਟ ਕਰਨਾ ਕਿੰਨਾ ਔਖਾ ਹੈ। ਹੁਣ ਪੰਜਾਬ ਦਾ ਐਂਗਲ ਇਸ ਲਈ ਇੰਪੋਰਟੈਂਟ ਹੈ ਕਿ ਸਾਡਾ ਸਭ ਤੋਂ ਵੱਡਾ ਦਰਿਆ ਸਤਲੁਜ ਹੈ, ਸਤਲੁਜ ਦੇ ਉੱਤੇ ਹੀ ਭਾਖੜਾ ਡੈਮ ਹੈ, ਤੇ ਸਤਲੁਜ ਚਾਈਨਾ ਚੋਂ ਨਿਕਲਦਾ ਤਿੱਬਤ ਚੋਂ। ਔਰ ਆਲਰੇਡੀ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਕਿ ਇੱਕ ਖਬਰ ਜਿਹੜੀ ਬਾਅਦ 'ਚ ਦਬਾ ਦਿੱਤੀ ਇਹਨਾਂ ਨੇ, ਕਿਉਂਕਿ ਜਿਹੜੇ ਸਤਲੁਜ ਹੈ ਜਿਹੜੇ ਹਿਮਾਚਲ ਦੇ ਏਰੀਏ ਚੋਂ ਨਿਕਲ ਕੇ ਆਉਂਦਾ, ਜਿਹੜਾ ਜ਼ਾਹਰ ਹੈ ਪੰਜਾਬ ਦੀਆਂ ਨੈਚੁਰਲ ਹਿਲਸ ਨੇ ਜਿਨ੍ਹਾਂ ਨੂੰ ਇਹਨਾਂ ਨੇ 1966 'ਚ ਉਹਨਾਂ ਦੇ ਹਵਾਲੇ ਕੀਤਾ ਹਿਮਾਚਲ ਦੇ, ਫਲੈਸ਼ ਫਲੱਡ ਆਏ ਸੀ ਸਰਮੌਰ, ਕਿਨੌਰ, ਲਾਹੌਲ ਸਪੀਤੀ ਵੈਲੀ ਚੋਂ ਨਿਕਲ ਕੇ, ਔਰ ਉਹਦੇ 'ਚ ਆਇਆ ਸੀ ਕਿ ਵੀ ਚਾਈਨਾ ਨੇ ਜਿਹੜਾ ਸਤਲੁਜ ਜਿੱਥੋਂ ਨਿਕਲਦਾ ਹੈ ਤਿੱਬਤ ਚੋਂ ਜੀ, ਉਸ ਦੇ ਪਾਣੀਆਂ ਨੂੰ ਉਹਨਾਂ ਨੇ ਜਿਹੜਾ ਉਹ ਡੈਮ ਕਰਕੇ ਜਿਹੜਾ ਸਡਨਲੀ ਛੱਡਿਆ, ਕਿ ਟੈਸਟ ਕੀਤਾ ਉਹਨਾਂ ਨੇ ਕੀ ਹੈ। ਸੋ ਸਾਡੇ ਲਈ ਵੀ ਇਹ ਇੱਕ ਇੰਪੋਰਟੈਂਸ ਵਾਲੀ ਗੱਲ ਹੈ ਕਿ ਜੇ ਭਾਰਤ ਇਸ ਕਿਸਮ ਦੀ ਸ਼ਰਾਰਤ ਦੇ ਉੱਤੇ ਆਇਆ ਤੇ ਚਾਈਨਾ ਤਾਂ ਬੈਠਾ ਹੀ ਔਨ ਦਾ ਰੂਫ ਆਫ ਦਾ ਵਰਲਡ ਹੈ ਤਿੱਬਤ ਦੇ ਵਿੱਚ, ਜਿੱਥੇ ਉਹ ਕੰਟਰੋਲ ਕਰ ਰਿਹਾ ਹੈ ਸਾਰੇ ਪਾਰਟ ਨੂੰ। ਸੋ ਇਹ ਸਾਰੇ ਦੇ ਚੱਲਦੇ ਆ ਚਾਈਨਾ, ਜਿਵੇਂ ਮੈਂ ਕਿਹਾ ਵੀ ਚਾਈਨਾ ਦਾ ਹਮੇਸ਼ਾ ਹੀ ਬੜਾ ਕੌਸ਼ੀਅਸ ਉਹਨਾਂ ਦੀ ਲਾਈਨ ਹੁੰਦੀ ਆ, ਉਹ ਗੱਲ ਮੂੰਹ ਘੱਟ ਕਹਿੰਦੇ ਨੇ, ਐਕਟ ਜ਼ਿਆਦਾ ਕਰਦੇ ਨੇ। ਹੁਣ ਇਸ ਸਾਰੇ ਪੀਰੀਅਡ ਦੇ ਚੱਲਦੇ ਆ ਚਾਈਨਾ ਫੈਕਟਰ ਜਿਹੜਾ ਹੈ ਉਹ ਸਿੱਖਾਂ ਦੇ ਲਈ, ਹਾਲਾਂ ਕਿਉਂਕਿ ਚਾਈਨਾ ਨਾਲ ਭਾਵੇਂ ਸਾਡਾ ਜਨਮ ਸਾਖੀ ਅਕਾਊਂਟ ਜਾਂ ਹਿਸਟਰੀ ਗੁਰੂ ਨਾਨਕ ਪਾਤਸ਼ਾਹ ਦੇ ਚਾਈਨਾ ਫੇਰੇ ਦੀ ਗੱਲ ਕਰਦੀ ਹੈ, ਪਰ ਅਨਫੋਰਚੂਨੇਟਲੀ ਚਾਈਨਾ ਦੇ ਵਿੱਚ ਕੋਈ ਵੀ ਇਸ ਕਿਸਮ ਦਾ ਹਿਸਟੋਰੀਕਲ ਮੁਕਾਮ ਸਿੱਖ ਇਤਿਹਾਸਕ ਤੋਂ ਨਹੀਂ ਇਸਟੈਬਲਿਸ਼ ਰਹਿ ਸਕਿਆ, ਜਾਂ ਓਵਰ ਏ ਪੀਰੀਅਡ ਆਫ ਟਾਈਮ ਉਹ ਲਾਸ ਹੋਇਆ, ਇਸ ਲਈ ਸਾਡਾ ਉਸ ਕਿਸਮ ਦਾ ਸੰਬੰਧ ਨਹੀਂ ਜੁੜਦਾ। ਹਾਂ, ਇੱਕ ਪਾਰਟ ਜ਼ਰੂਰ ਹੈ ਕਿ ਵੀ ਜਦੋਂ ਅਸੀਂ ਸਰਕਾਰੇ ਖਾਲਸਾ ਜੀਓ, ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬੇਟਾ, ਜਿਹਦੇ ਨਾਲ 1842 ਦੇ ਵਿੱਚ ਸੰਧੀ ਹੁੰਦੀ ਹੈ, ਸਰਕਾਰੇ ਖਾਲਸਾ ਜੀਓ ਲਾਹੌਰ ਦਰਬਾਰ, ਐਂਪਰਰ ਆਫ ਚਾਈਨਾ ਐਂਡ ਦਲਾਈ ਲਾਮਾ ਆਫ ਤਿੱਬਤ, ਜਿਹਦੇ 'ਚ ਕਿ ਤਿੱਬਤ ਨੂੰ ਐਜ਼ ਏ ਬਫਰ ਸਟੇਟ
ਜਿਹੜਾ ਉਹ ਮੰਨਿਆ ਗਿਆ ਸੀ। ਔਰ ਇਹੀ ਕਾਰਨ ਹੈ ਕਿ ਜੋ ਸਾਰੀ ਗਿਲਗਿਤ ਬਾਲਟਿਸਤਾਨ ਔਰ ਇਹ ਸਾਰਾ ਜਿਹੜਾ ਏਰੀਆ ਲਦਾਖ, ਜਿਹਨੂੰ ਛੋਟਾ ਤਿੱਬਤ ਕਹਿੰਦੇ ਨੇ, ਇਹ ਸਿੱਖ ਰਾਜ ਦਾ ਹਿੱਸਾ ਸੀ। 1842 ਦੇ ਵਿੱਚ ਇਸ ਨੂੰ ਮੰਨ ਲਿਆ ਗਿਆ ਸੀ। ਸੋ ਉਹਦੇ 'ਚ ਥੋੜ੍ਹਾ ਬਹੁਤ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਲੋਨੀਅਲ ਪੀਰੀਅਡ ਬ੍ਰਿਟਿਸ਼ਰਜ਼ ਨੇ ਜਿਹੜੇ ਉਹ ਭਰਤੀ ਕਰਦੇ ਸੀ ਸਿੱਖਾਂ ਨੂੰ ਜਾਂ ਪੰਜਾਬੀ ਮੁਸਲਮਾਨਾਂ ਨੂੰ ਸ਼ੰਘਾਈ ਜਾਂ ਹਾਂਗਕਾਂਗ ਜਾਂ ਦੂਜੇ ਤੀਜੇ ਉੱਥੇ ਚੀਨੀਆਂ ਨੂੰ ਸੁਪਰੈਸ ਕਰਨ ਦੇ ਲਈ ਉਹਨਾਂ ਦਾ ਇਸਤੇਮਾਲ ਕਰਦੇ ਸੀ। ਸੋ ਉਹਨਾਂ ਦੇ ਵਿੱਚ ਕੋਈ ਬਹੁਤੀਆਂ ਉਹ ਪਲੇਜ਼ੈਂਟ ਮੈਮਰੀਜ਼ ਨਹੀਂ ਨੇ ਉਸ ਪੀਰੀਅਡ ਦੀਆਂ। ਰਾਦਰ ਚਾਈਨੀਜ਼ ਜ਼ਬਾਨ ਦੇ ਵਿੱਚ ਲੰਮਾ ਚੌੜਾ ਟਰਬਨਡ ਬੰਦਾ, ਉਹਦੇ ਲਈ ਲਫ਼ਜ਼ ਮੂਲੋ ਸ਼ਾਹ ਹੈ, ਜਿਸ ਦਾ ਮਤਲਬ ਇੱਕ ਦਿਓ ਹੁੰਦਾ, ਇੱਕ ਖੌਫ ਦਾ ਪ੍ਰਤੀਕ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਾਈਨਾ ਦਾ ਥੋੜ੍ਹਾ ਬਹੁਤ ਇੰਟਰਸਟ ਸਿੱਖ ਫੈਕਟਰ ਦੇ ਵਿੱਚ, ਜਦੋਂ ਚਾਈਨਾ ਦਾ ਜਿਹੜਾ ਐਂਬੈਸਡਰ ਸੀ ਦਿੱਲੀ ਦੇ ਵਿੱਚ, ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਵੀ ਆਇਆ ਔਰ ਹੁਣ ਉਹ ਸ਼ਾਇਦ ਫੋਰਨ ਸੈਕਟਰੀ ਫੋਰਨ ਆਫਿਸ ਦੇ ਵਿੱਚ ਅਪ ਗਿਆ। ਉਹਨੇ ਬਰਾਬਰ ਜਿਹੜਾ ਉਹ ਦਿਲਚਸਪੀ ਕਾਇਮ ਰੱਖੀ ਹੋਈ ਹੈ। ਔਰ ਪਿਛਲੇ ਪੀਰੀਅਡ ਜਦੋਂ ਕਿਸਾਨ ਮੂਵਮੈਂਟ ਪੰਜਾਬ ਦੇ ਵਿੱਚ ਚੱਲ ਰਹੀ ਸੀ, ਚਾਈਨੀਜ਼ ਮੀਡੀਆ ਨੇ ਉਸ ਨੂੰ ਕਾਫੀ ਕਵਰੇਜ ਦਿੱਤੀ ਹੈ। ਔਰ ਮੈਨੂੰ ਇਹ ਲੱਗਦਾ ਵੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਔਰ ਇਹ ਜਿਹੜੀ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ, ਇਹਦੇ ਥੱਲੇ ਭਾਵੇਂ ਭਾਰਤ ਪੰਜਾਬ 'ਚ ਬੜੀਆਂ ਸੜਕਾਂ ਜਿਹੜੀਆਂ ਨੇ ਉਹ ਜ਼ਮੀਨਾਂ ਐਕਵਾਇਰ ਕਰ ਰਿਹਾ, ਕਿੰਨੇ ਹਜ਼ਾਰ ਏਕੜ ਇੱਧਰ ਉੱਧਰ, ਉਹਨਾਂ ਦਾ ਕੀ ਮਕਸਦ ਹੈ। ਪਰ ਮੈਨੂੰ ਇਹ ਲੱਗਦਾ ਵੀ ਇੱਕ ਸਟੇਜ ਦੇ ਉੱਤੇ ਇਹ ਜਿਹੜਾ ਇੰਟਰਨੈਸ਼ਨਲ ਵਪਾਰ ਜਾਂ ਦੂਜਾ ਹੈ, ਉਹਦੇ 'ਚ ਵੀ ਪੰਜਾਬ ਖਾਸ ਤੌਰ 'ਤੇ ਸਾਡੀ ਧਰਤੀ ਦੀ ਜਿਹੜੀ ਹੈ ਉਹ ਵੀਟ ਰਾਈਸ, ਜਿਹੜਾ ਅਸੀਂ ਵੱਡੇ ਪ੍ਰੋਡਿਊਸਰ ਹੈ ਅੱਜ ਵੀ, 40% ਤੋਂ ਜ਼ਿਆਦਾ ਵੀਟ ਔਰ ਰਾਈਸ ਸੈਂਟਰ ਪੂਲ ਦੇ ਵਿੱਚ ਪੰਜਾਬ ਦਿੰਦਾ ਹੈ। ਸੋ ਇਹ ਕੁਝ ਚੀਜ਼ਾਂ ਓਵਰ ਏ ਪੀਰੀਅਡ ਆਫ ਟਾਈਮ ਡਿਵੈਲਪ ਹੁੰਦੀਆਂ ਨੇ। ਪਰ ਇੱਕ ਗੱਲ ਕਲੀਅਰ ਹੈ, ਜੇ ਭਾਰਤ ਨੇ ਚੀਨ ਨੂੰ ਦੁਸ਼ਮਣ ਐਲਾਨਿਆ ਹੋਇਆ ਤੇ ਚਾਈਨਾ ਨੇ ਜਿਸ ਅੰਦਾਜ਼ 'ਚ ਬੰਗਲਾਦੇਸ਼ ਨੂੰ ਅਡਾਪਟ ਕੀਤਾ, ਜਿਵੇਂ ਜਿਹੜਾ 에ਅਰ ਬੇਸ ਉਹਨਾਂ ਦਾ ਸਿਲੀਗੁੜੀ ਚਿਕਨ ਨੈਕ ਤੋਂ 12 ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਆ, ਉਹਨੂੰ ਬੰਗਲਾਦੇਸ਼, ਪਾਕਿਸਤਾਨ ਔਰ ਚਾਈਨਾ ਡਿਵੈਲਪ ਕਰ ਰਹੇ ਨੇ। ਸੋ ਮੈਨੂੰ ਲੱਗਦਾ ਹੈ ਕਿ ਵੀ ਚਾਈਨਾ ਦੇ ਜਿਸ ਲੈਵਲ ਦੇ ਉੱਤੇ ਉਹ ਸਾਰੇ ਸੰਕਟ ਨੂੰ ਦੇਖਦੇ ਨੇ, ਸਮਝਦੇ ਨੇ, ਉਹਨਾਂ ਨੇ ਬੇਸ਼ੱਕ ਕੋਈ ਪਬਲਿਕਲੀ ਇਸ ਕਿਸਮ ਦਾ ਹਿੰਟ ਆਊਟ ਨਹੀਂ ਕੀਤਾ ਹੋਇਆ ਸਿੱਖ ਫੈਕਟਰ ਪ੍ਰਤੀ, ਲੇਕਿਨ ਕਸ਼ਮੀਰ ਪ੍ਰਤੀ ਉਹਨਾਂ ਦਾ ਇਹ ਕਹਿਣਾ ਵੀ ਗੱਲਬਾਤ ਰਾਹੀਂ ਮਸਲਾ ਹੱਲ ਕਰੋ। ਉਹਨਾਂ ਨੇ 2019 ਵਾਲਾ ਜਿਹੜਾ ਇਹਨਾਂ ਦਾ ਰੁਤਬਾ ਹੈ ਉਹਨੂੰ ਯੂਨੀਅਨ ਟੈਰੀਟਰੀ ਬਣਾਉਣਾ, ਉਹਨੂੰ ਵੀ ਐਕਸੈਪਟ ਨਹੀਂ ਕੀਤਾ ਹੋਇਆ। ਚਾਈਨਾ ਡਿਸਪਿਊਟਡ ਟੈਰੀਟਰੀ ਮੰਨਦਾ ਹੈ। ਔਰ ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪ ਜਿਸ ਪੜਾਅ ਦੇ ਵਿੱਚ ਦਾਖਲ ਹੋਈ ਹੈ ਮਿਲਟਰੀ ਅਲਾਇੰਸ ਦੇ, ਉਹਦੇ ਥੱਲੇ ਮੈਨੂੰ ਲੱਗਦਾ ਕਿ ਵੀ ਸਿੱਖ ਫੈਕਟਰ ਵੀ ਜਿਹੜਾ ਆਉਣ ਵਾਲੇ ਪੀਰੀਅਡ 'ਚ ਉਹਨਾਂ ਦੀਆਂ ਨਜ਼ਰਾਂ 'ਚ ਵੀ ਰਡਾਰ ਸਕਰੀਨ 'ਤੇ ਆਏਗਾ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਾਂਗੇ। ਵਿਊਅਰਸ, ਗੱਲਬਾਤ ਨੂੰ ਅੱਗੇ ਤੋਰਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।